ਸਤਿ ਸ਼੍ਰੀ ਅਕਾਲ ਜੀ। ਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਪ੍ਰੀਤ ਸਿੰਘ ਵੱਲੋਂ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸੁਸ਼ਾਂਤ ਕੇਸ 'ਚ ਡਰੱਗ ਮਾਮਲੇ 'ਚ ਐਨਸੀਬੀ ਨੇ ਰੀਆ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਬਾਅਦ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ 14 ਦਿਨ ਦੀ ਕਾਨੂੰਨੀ ਹਿਰਾਸਤ 'ਚ ਲਿਆ ਗਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਵਿੱਚ ਐਨਸੀਬੀ ਨੇ 14 ਦਿਨ ਦੀ ਕਾਨੂੰਨੀ ਹਿਰਾਸਤ ਮੰਗੀ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਵੀ ਕੀਤਾ। ਸੋ ਤੁਹਾਨੂੰ ਦੱਸ ਦੇ ਕਿ ਸੁਸ਼ਾਂਤ ਕੇਸ 'ਚ ਡਰੱਗ ਮਾਮਲੇ 'ਚ ਐਨਸੀਬੀ ਨੇ ਰੀਆ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਬਾਅਦ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ 14 ਦਿਨ ਦੀ ਕਾਨੂੰਨੀ ਹਿਰਾਸਤ 'ਚ ਰੀਆ ਨੂੰ ਭੇਜ ਦਿੱਤਾ ਗਿਆ। ਦੱਸ ਦਈਏ ਕਿ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ 'ਚ ਐਨਸੀਬੀ ਨੇ 14 ਦਿਨ ਦੀ ਕਾਨੂੰਨੀ ਹਿਰਾਸਤ ਮੰਗੀ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਕੀਤਾ। ਸੋ ਰੀਆ ਚੱਕਰਵਰਤੀ ਦਾ ਕੇਸ ਹੁਣ ਭਖਦਾ ਜਾ ਰਿਹਾ, ਹਾਲਾਂਕਿ ਇਸ ਨੂੰ ਲੈ ਕੇ ਐਨਸੀਬੀ ਕਈ ਕਦਮ ਚੁੱਕ ਰਹੀ ਹੈ, ਕਈ ਖੁਲਾਸੇ ਹੋਣ ਦੀ ਵੀ ਆਸ਼ੰਕਾ ਜਤਾਈ ਜਾ ਰਹੀ ਹੈ। ਕੰਗਨਾ ਰਣੌਤ ਅੱਜ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਦੱਸ ਦਈਏ ਕਿ ਮੁੰਬਈ ਜਾਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਐਲਾਨ ਕੀਤਾ ਹੈ ਕਿ ਜਿਸ ਨੇ ਰੋਕਣਾ ਉਸ ਨੂੰ ਰੋਕ ਲਏ। ਸੋ ਟੀਵੀ ਸਕਰੀਨ ਦੇ ਉੱਪਰ ਤਿੰਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਮਨਾਲੀ ਦੀਆਂ, ਜਿੱਥੋਂ ਕੰਗਨਾ ਰਣੌਤ ਨੇ ਚੱਲੀ, ਤਾਂ ਉਸ ਤੋਂ ਬਾਅਦ ਰੋਪੜ ਵਿਖੇ ਟੂਲ ਟੈਕਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਜਿੱਥੋਂ ਰਸਤੇ 'ਚ ਜਾਂਦੀ ਹੋਈ ਨਜ਼ਰ ਆਈ। ਉਸ ਤੋਂ ਬਾਅਦ ਚੰਡੀਗੜ੍ਹ 에ਅਰਪੋਰਟ ਦੀਆਂ ਤਸਵੀਰਾਂ, ਯਾਨੀ ਕਿ ਤਿੰਨ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਐਨਬੀ ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ। ਤੇ ਕੰਗਨਾ ਰਣੌਤ ਨੇ ਸਾਫ਼ ਤੌਰ ਤੇ ਕਿਹਾ, ਐਲਾਨ ਕੀਤਾ ਹੈ ਕਿ ਰੋਕ ਸਕਦੇ ਹੋ ਤਾਂ ਰੋਕ ਲਓ। ਸੋ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਤੁਸੀਂ ਮੁੰਬਈ ਤੋਂ ਦੇਖ ਰਹੇ ਹੋ, ਜਿੱਥੇ BMC ਕੰਗਨਾ ਰਣੌਤ ਦੇ ਦਫ਼ਤਰ ਨੂੰ ਢਾਹ ਰਹੀ ਹੈ, ਢਾਹ ਢੇਰੀ ਕਰ ਰਹੀ ਹੈ। ਸੋ ਇਸ ਦੇ ਮੱਦੇਨਜ਼ਰ ਹਾਲਾਂਕਿ ਕੰਗਨਾ ਰਣੌਤ ਨੇ ਚੰਡੀਗੜ੍ਹ 에ਅਰਪੋਰਟ ਤੋਂ ਐਲਾਨ ਕੀਤਾ ਹੈ ਕਿ ਜਿਸ ਨੇ ਰੋਕਣਾ ਹੈ ਉਹ ਰੋਕ ਲਓ। ਤਾਂ ਕੰਗਨਾ ਰਣੌਤ ਅੱਜ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਜੋ ਤਸਵੀਰ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ANB ਨਿਊਜ਼ ਦੇ ਮਾਧਿਅਮ ਰਾਹੀਂ ਮੁੰਬਈ ਵਿਖੇ BMC ਦੁਆਰਾ ਜੋ ਕੰਗਨਾ ਰਣੌਤ ਦਾ ਦਫ਼ਤਰ ਹੈ ਉਹ ਢਹਿ ਢੇਰੀ ਕੀਤਾ ਜਾ ਰਿਹਾ ਹੈ। ਸੋ ਐਕਸਕਲੂਸਿਵ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ANB ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਕਿ ਕੰਗਨਾ ਰਣੌਤ ਦੇ ਜੋ ਦਫ਼ਤਰ ਹੈ ਉਸ ਨੂੰ ਢਹਿ ਢੇਰੀ ਕੀਤਾ ਜਾ ਰਿਹਾ BMC ਦੁਆਰਾ। ਹਾਲਾਂਕਿ ਚੰਡੀਗੜ੍ਹ ਤੋਂ ਰਵਾਨਾ ਹੋਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਇਹ ਗੱਲ ਕਹੀ ਹੈ ਕਿ ਜਿਸ ਨੇ ਰੋਕਣਾ ਹੈ ਉਹ ਰੋਕ ਲਏ। ਸੋ ਵੱਡੀ ਚੁਣੌਤੀ ਵੀ ਦਿੱਤੀ ਹੈ ਕੰਗਨਾ ਰਣੌਤ ਨੇ। ਸੋ ਉਸ ਤੋਂ ਬਾਅਦ BMC ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ। BMC ਦੁਆਰਾ ਜੋ ਢਹਿ ਢੇਰੀ ਕੀਤਾ ਜਾ ਰਿਹਾ ਦਫ਼ਤਰ ਕੰਗਨਾ ਰਣੌਤ ਦਾ ਮੁੰਬਈ ਵਿਖੇ, ਮੁੰਬਈ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ANB ਨਿਊਜ਼ ਦੇ ਮਾਧਿਅਮ ਰਾਹੀਂ। ਐਕਸਕਲੂਸਿਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ। ਸੋ ਕੰਗਨਾ ਰਣੌਤ ਅੱਜ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਸੋ ਤੁਹਾਨੂੰ ਦੱਸ ਦਈਏ ਕਿ ਲਾਈਵ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ANB ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ। ਸੋ ਕੰਗਨਾ ਹੁਣ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਸੋ ਪਹਿਲਾਂ ਤੁਹਾਨੂੰ ਤਿੰਨ ਤਸਵੀਰਾਂ ਦਿਖਾਈਆਂ, ਤਾਂ ਉਸ ਤੋਂ ਬਾਅਦ ਲਾਈਵ ਤਸਵੀਰਾਂ ਹੁਣ ਤੁਸੀਂ ਟੀਵੀ ਸਕਰੀਨ ਦੇ ਉੱਪਰ ANB ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ। ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ BMC ਦੁਆਰਾ ਕੰਗਨਾ ਰਣੌਤ ਦੇ ਦਫ਼ਤਰ ਨੂੰ ਢਹਿ ਢੇਰੀ ਕੀਤਾ ਜਾ ਰਿਹਾ। ਸੋ BMC ਤੇ ਕੰਗਨਾ ਰਣੌਤ ਹੁਣ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ। ਸੋ ਐਕਸਕਲੂਸਿਵ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ANB ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਕਿ ਜਿੱਥੇ ਮੁੰਬਈ ਵਿਖੇ ਕੰਗਨਾ ਰਣੌਤ ਦੇ ਦਫ਼ਤਰ ਨੂੰ ਢਹਿ ਢੇਰੀ ਕੀਤਾ ਜਾ ਰਿਹਾ, ਬਾਹਰਲਾ ਪਾਸਾ ਢਾਇਆ ਜਾ ਰਿਹਾ। ਸੋ ਐਕਸਕਲੂਸਿਵ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ANB ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ। ਸੋ ਤੋੜ ਫੋੜ ਜਾਰੀ ਹੈ ਕੰਗਨਾ ਰਣੌਤ ਦੇ ਦਫ਼ਤਰ ਦੇ ਬਾਹਰ। ਸੋ ਕਾਰਵਾਈ ਕੀਤੀ ਹੈ BMC ਨੇ। इसी के साथ इस खबर पर लाइव चलते हैं। मुंबई से सत्या प्रकाश हमारे साथ लाइव जुड़े हुए हैं। सत्या प्रकाश, BMC द्वारा कंगना रनौत के जो दफ्तर है, उनका ऑफिस है, उनके बाहर तोड़फोड़ की जा रही है, आखिर जो ताजा जानकारी आपके पास क्या है? जी देखिए, कंगना रनौत जिस तरह से ऐलान किया था कि मैं मुंबई आऊंगी और मेरा कोई कुछ नहीं बिगाड़ पाएगा, लगातार इसको लेकर जिस तरह से केंद्र सरकार ने सबसे पहले उनको सुरक्षा मुहैया करवाई, ये पूरा मामला अब राज्य सरकार बनाम जो है केंद्र सरकार हो गया। ऐसे में देखा जा रहा है कि मुंबई महाराष्ट्र सरकार जो है लगातार कंगना रनौत का विरोध करते हुए नजर आ रही है। हालांकि अब तक जो बयानबाजी की जा रही थी
वो कहीं न कहीं ट्विटर के जरिए की जाती, लेकिन अब जो किया जा रहा है वो कहीं न कहीं जो है पूरी तरह से जो है आमने सामने की लड़ाई हो गई है। जिस तरह से कंगना रनावत का जो है दफ्तर में तोड़फोड़ कार्रवाई की जा रही है, जाहिर तौर पर कहीं न कहीं महाराष्ट्र सरकार के लिए ये निंदनीय है। जी। तो सत्य प्रकाश जी कह सकते हैं कि आज कंगना रनौत जो यहाँ से अपने जो होम टाउन है उससे रवाना हो चुकी है। हालांकि वहां पे जो बीएमसी द्वारा पहली कार्रवाई वो शुरू कर दी गई है। अभी जब कंगना रनौत वहां पे पहुंचेगी तो क्या कह सकते हैं कि क्या जो पूरी तमाम मामला बन सकता है वहां पे? जाहिर तौर पर जिस तरह से कंगना रनावत के दफ्तर की तोड़फोड़ की जा रही है, वहां सीआरपीएफ के साथ साथ जो है मुंबई पुलिस को तैनात कर दिया गया है। ऐसा माना जा रहा है कि जो महाराष्ट्र सरकार पूरी तरह से जो है कंगना रनावत का मुकाबला अब जो है आमने सामने करने की मूड में है, क्योंकि जिस तरह से कंगना रनावत का तमाम बयानबाजी सामने आ रही है, ऐसे में महाराष्ट्र सरकार के लिए बड़ी चुनौती है। हालांकि कंगना रनावत अब से कुछ ही घंटों में जो है मुंबई में दाखिल हो जाएगी, लेकिन जिस तरह से नजारा मुंबई में है वो कहीं न कहीं चिंता का विषय है। जी। सत्य प्रकाश ये हम कह सकते हैं कि जो कंगना रनौत है उसके द्वारा जो सुशांत केस को लेकर कई बड़े खुलासे किए जाने की आशंका भी जताई जा रही है। उसको लेकर हालांकि बीएमसी द्वारा कार्रवाई की जा रही है, जो मुंबई सरकार की ओर से कई कार्रवाई की जा रही है। हालांकि इस बात का हम अंदाजा लगा सकते हैं कि कहीं ना कहीं उनके बीच में ये डर पैदा हो रहा है कि कंगना रनौत कई बड़े खुलासे कर सकते हैं मुंबई सरकार को लेकर भी। जी सुनील, जाहिर तौर पर सबसे पहले ही कंगना रनावत ने कह दिया था कि अगर सरकार हमें सुरक्षा मुहैया करवाती है तो तमाम जो जानकारी मैं एनसीबी को मुहैया करवा दूंगी। तो इसको लेकर ये तमाम जो है बयानबाजी हुई, लेकिन जिस तरह से संजय राउत ने एक के बाद एक कंगना रनावत के ट्विटर का जवाब दिया है, तो जाहिर तौर पर एक कहीं ना कहीं अब जो है महाराष्ट्र सरकार के लिए गले की हड्डी बन गई है। जिस तरह से कंगना रनावत ने तमाम जो है ड्रग्स के जंजाल को जो है जो जानकारियां देने की बात कही थी, उसको लेकर अगर महाराष्ट्र सरकार कंगना रनावत को शायद उस वक्त जो है सुरक्षा मुहैया करवा, शायद आज का दिन ये देखने को नहीं मिलता। लेकिन जिस तरह से महाराष्ट्र सरकार ने पूरे मामले में लीपापोती करते हुए अब कंगना रनावत के आमने सामने खड़ी हो गई, ऐसे में महाराष्ट्र सरकार को कहीं न कहीं बड़ी चुनौतियों का सामना करना पड़ सकता है। बिल्कुल सत्य प्रकाश, जो कंगना रनौत है उसकी ओर से कई बड़े खुलासे किए जा रहे हैं और जाते भी रहेंगे, ये कहना है कंगना रनौत का। और उसने बोला भी है साफ तौर पर कि जिसने जो उखाड़ना उखाड़ ले, जिसने रोकना है वो रोक ले, लेकिन कंगना रनौत नहीं रुकेगी। आखिर अभी आज मुंबई में उन्होंने दाखिल होना है, तो मुंबई में क्या पुख्ता प्रबंध किए गए हैं पुलिस की ओर से? देखिए महाराष्ट्र जी सत्य प्रकाश, जैसे आप मेरी बात सुन पा रहे हैं? ਤਾਂ ਤੁਹਾਨੂੰ ਦੱਸ ਦਈਏ ਕਿ ਟੈਕਨੀਕਲ ਇਸ਼ੂ ਕਾਰਨ ਸਾਡੇ ਸਹਿਯੋਗੀ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਤੋਂ ਲਾਈਵ ਤਸਵੀਰਾਂ ਤੋਂ ਤੁਸੀਂ ਦੇਖ ਰਹੇ ਹੋ ਮੁੰਬਈ ਤੋਂ, ਜਿੱਥੇ ਜੋ ਕੰਗਨਾ ਰਨੌਤ ਦੇ ਬਾਹਰ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਿੱਥੇ ਢਹਿ ਢੇਰੀ ਕੀਤਾ ਜਾ ਰਿਹਾ ਬੀਐਮਸੀ ਦੁਆਰਾ ਦਫ਼ਤਰ ਨੂੰ। ਸੋ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਕੰਗਨਾ ਰਨੌਤ ਨੇ ਇੱਕ ਗੱਲ ਦਾ ਐਲਾਨ ਕਰ ਦਿੱਤਾ ਕਿ ਜਿਸਨੇ ਜੋ ਕਰਨਾ ਹੈ ਉਹ ਕਰ ਲੇ, ਪਰ ਕੰਗਨਾ ਰਨੌਤ ਹੁਣ ਡਰਨੇ ਵਾਲੀ ਨਹੀਂ ਹੈ। ਸੋ ਸੁਸ਼ਾਂਤ ਕੇਸ ਦੇ ਵਿੱਚ ਵੀ ਨਵਾਂ ਮੋੜ ਆਇਆ ਤਾਂ ਐਨਸੀਬੀ ਦੁਆਰਾ ਰਿਆ ਚੱਕਰਵਰਤੀ ਨੂੰ ਡਰੱਗ ਮਾਮਲੇ ਸੰਬੰਧੀ 14 ਦਿਨ ਲਈ ਹਿਰਾਸਤ 'ਚ ਲੈ ਲਿਆ ਗਿਆ। ਤਾਂ ਉਸ ਤੋਂ ਬਾਅਦ ਬੀਐਮਸੀ ਬਨਾਮ ਕੰਗਨਾ ਰਨੌਤ ਹੁਣ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ। ਸੋ ਲਾਈਵ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ANB ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਮੁੰਬਈ ਤੋਂ, ਜਿੱਥੇ ਕੰਗਨਾ ਰਨੌਤ ਦੇ ਘਰ ਦਫ਼ਤਰ ਦੇ ਬਾਹਰ ਤੋੜ-ਫੋੜ ਕੀਤੀ ਜਾ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਜੋ ਕੇਂਦਰ ਸਰਕਾਰ ਦੁਆਰਾ जो सिक्योरिटी है कंगना रनौत ਨੂੰ ਉਹ ਹਿਮਾਚਲ ਸਰਕਾਰ ਦੁਆਰਾ ਵੀ ਉਪਲਬਧ ਕਰਵਾਈ ਗਈ ਹੈ। ਤਾਂ ਉਸ ਤੋਂ ਬਾਅਦ ਵੀ ਕੰਗਨਾ ਰਨੌਤ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਕਿਸੇ ਤੋਂ ਡਰਨੇ ਵਾਲੀ ਨਹੀਂ ਹੈ। ਉਹ ਜੋ ਉਸਨੇ ਹੁਣ ਤੱਕ ਖੁਲਾਸੇ ਕੀਤੇ ਨੇ ਉਸੇ ਤਰ੍ਹਾਂ ਅੱਗੇ ਵੀ ਨਿਰਪੱਖ ਤੌਰ ਤੇ ਆਪਣੀ ਜੋ ਆਵਾਜ਼ ਹੈ ਉਹ ਬੁਲੰਦ ਕਰਦੀ ਰਹੇਗੀ। ਉਹ ਕਿਸੇ ਤੋਂ ਡਰਨੇ ਵਾਲੀ ਨਹੀਂ ਹੈ। ਅੱਜ ਵੀ ਜਦੋਂ ਚੰਡੀਗੜ੍ਹ ਲਈ ਰਵਾਨਾ ਹੋਈ ਆਪਣੇ ਹੋਮ ਟਾਊਨ ਤੋਂ ਕੰਗਨਾ ਰਨੌਤ, ਉਸਨੇ ਸਾਫ਼ ਤੌਰ ਤੇ ਐਲਾਨ ਕੀਤਾ ਕਿ ਰੋਕ ਸਕੋ तो रोक लो। ਇਹ ਗੱਲ ਕਹਿ ਕੇ ਕੰਗਨਾ ਰਨੌਤ ਅੱਜ ਚੱਲੀ ਹੈ, ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ, ਤਾਂ ਜਿਹੜੀਆਂ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੁੰਬਈ ਤੋਂ ਤਸਵੀਰਾਂ ਦੇਖ ਰਹੇ ਹੋ ਕੰਗਨਾ ਰਨੌਤ ਦੇ ਦਫ਼ਤਰ ਦੀਆਂ, ਜਿੱਥੇ ਤੋੜ-ਫੋੜ ਕੀਤੀ ਜਾ ਰਹੀ ਹੈ ਬੀਐਮਸੀ ਦੁਆਰਾ। ਸੋ ਲਾਈਵ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ। ਸੋ ਕੰਗਨਾ ਰਨੌਤ ਬਨਾਮ ਬੀਐਮਸੀ, ਕਿਉਂਕਿ ਲਗਾਤਾਰ केंद्र सरकार द्वारा हुण भी ये मुद्दा बनाया जा रहा है। आखिर हुण सियासी रंगत लंदा जा रहा है ये मुद्दा।
ਸੋ ਪਹਿਲਾਂ ਸੁਸ਼ਾਂਤ ਕੇਸ ਤੋਂ ਚੱਲਿਆ ਮੁੱਦਾ, ਉਸ ਤੋਂ ਬਾਅਦ ਕਾਫੀ ਤੋੜ ਮੋੜ ਆਏ ਇਸ ਕੇਸ ਦੇ ਵਿੱਚ, ਤਾਂ ਬਹੁਤ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਕੰਗਨਾ ਰਣੌਤ ਦੁਆਰਾ ਬਹੁਤ ਵੱਡੇ ਖੁਲਾਸੇ ਕੀਤੇ ਗਏ। ਤਾਂ ਉਸ ਤੋਂ ਬਾਅਦ ਐਨਸੀਬੀ ਦੁਆਰਾ ਜੋ ਆਪਣੀ ਕਾਰਵਾਈ ਅਮਲ 'ਚ ਲਿਆਂਦੀ ਗਈ, ਰੀਆ ਚੱਕਰਵਰਤੀ ਨੂੰ 14 ਦਿਨ ਦੀ ਹੁਣ ਜੋ ਹਿਰਾਸਤ 'ਚ ਲਿਆ ਗਿਆ। ਸੋ तमाम ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਤਾਂ ਜੋ ਅੱਜ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ, ਉਸ ਨੂੰ ਲੈ ਕੇ ਜੋ ਕੰਗਨਾ ਰਣੌਤ ਹੈ ਉਸਨੇ ਸਾਫ਼ ਤੌਰ ਤੇ ਕਹਿਤਾ ਕਿ ਜਿਸਨੇ ਜੋ ਕਰਨਾ ਉਹ ਕਰ ਲੇ, ਪਰ ਕੰਗਨਾ ਰਣੌਤ ਕਿਸ ਤੋਂ ਡਰਨੇ ਵਾਲੀ ਨਹੀਂ ਹੈ। ਹਾਲਾਂਕਿ ਤੋੜ-ਫੋੜ ਕੀਤੀ ਜਾ ਰਹੀ ਹੈ ਕੰਗਨਾ ਰਣੌਤ ਦੇ ਦਫ਼ਤਰ ਦੇ ਬਾਹਰ ਦੀ, ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਪੁਲਿਸ ਕਰਮਚਾਰੀ ਵੀ ਤੈਨਾਤ ਨੇ ਮੌਕੇ ਤੇ, ਪਰ ਉਸ ਤੋਂ ਬਾਅਦ ਵੀ ਕੰਗਨਾ ਰਣੌਤ ਨੇ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਕਿ ਉਹ ਕਿਸੇ ਤੋਂ ਵੀ ਡਰਨੇ ਵਾਲੀ ਨਹੀਂ ਹੈ। ਆਵਾਜ਼ ਆਪਣੀ ਇਸੇ ਤਰ੍ਹਾਂ ਨਾਲ ਬੁਲੰਦ ਰੱਖੇਗੀ ਉਹ। ਇਸ ਦੇ ਨਾਲ ਹੀ ਸਿੱਧਾ ਚੰਡੀਗੜ੍ਹ ਚੱਲਦਾ, ਜਿੱਥੇ ਸਾਡੇ ਸਹਿਯੋਗੀ ਵਿਨੀਤ ਕਪੂਰ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਵਿਨੀਤ, ਕੰਗਨਾ ਰਣੌਤ ਚੰਡੀਗੜ੍ਹ ਤੋਂ ਰਵਾਨਾ ਹੁਣ ਹੋ ਚੁੱਕੀ ਹੈ ਮੁੰਬਈ ਦੇ ਲਈ? ਬਿਲਕੁਲ, ਦੇਖੋ ਸਿੱਧੇ ਤੌਰ ਤੇ ਕੰਗਨਾ ਰਣਾਵਤ ਦੀ ਗੱਲ ਕਰੀਏ ਤੇ 12:20 ਤੇ ਗੁਰਪ੍ਰੀਤ ਉਹਨਾਂ ਦੀ ਫਲਾਈਟ ਜਿਹੜੀ ਹੈ ਇੱਥੋਂ ਟੇਕ ਆਫ ਕਰਦੀ ਹੋਏ ਨਜ਼ਰ ਆਏਗੀ। ਇਸ ਵਕਤ ਮੈਂ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਹੀ ਮੌਜੂਦ ਹਾਂ, ਜਿੱਥੋਂ ਦੀਆਂ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ। 12:20 ਤੇ ਇੰਡੀਗੋ 에ਅਰਲਾਈਨਸ ਦੀ ਜਿਹੜੀ ਫਲਾਈਟ ਹੈ ਇੱਥੋਂ ਟੇਕ ਆਫ ਕਰਦੀ ਹੋਏ ਨਜ਼ਰ ਆਏਗੀ, ਜਿਸ ਤੋਂ ਬਾਅਦ ਕੰਗਨਾ ਰਣਾਵਤ ਜਿਹੜੀ ਹੈ ਉਹ ਮੁੰਬਈ ਪਹੁੰਚੇਗੀ। ਹਾਲਾਂਕਿ ਪਹਿਲਾਂ ਹੀ ਮੁੰਬਈ ਦੇ ਵਿੱਚ BMC ਦੀ ਗੱਲ ਕਰੀਏ ਤੇ ਉਹਨਾਂ ਨੇ ਕੰਗਨਾ ਰਣਾਵਤ ਦਾ ਜਿਹੜਾ ਦਫ਼ਤਰ ਹੈ ਉਸ ਨੂੰ ਢਾਹ-ਢੇਰੀ ਕਰਨਾ ਸ਼ੁਰੂ ਕਰਤਾ ਹੈ, ਕਿਉਂਕਿ ਕੱਲ ਨੋਟਿਸ ਲਾਇਆ ਗਿਆ ਸੀ। ਨੋਟਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੰਗਨਾ ਰਣਾਵਤ ਜਿਹੜੀ ਹੈ ਉਹ ਉਸ ਨੋਟਿਸ ਦਾ ਜਵਾਬ ਦੇ, ਲੇਕਿਨ ਅੱਜ ਜਿਸ ਤਰ੍ਹਾਂ ਨਾਲ ਜਵਾਬ ਨਹੀਂ ਦਿੱਤਾ ਗਿਆ ਤੇ ਢਾਹ-ਢੇਰੀ ਕਰਨ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਬਲਡੋਜ਼ਰ ਦੇ ਨਾਲ BMC ਦੀ ਟੀਮ ਜਿਹੜੀ ਆ ਉੱਥੇ ਪਹੁੰਚੀ ਸੀ, ਲੇਕਿਨ ਇੱਥੇ ਦੀ ਗੱਲ ਕਰੀਏ ਤੇ ਪੂਰੀ ਸੁਰੱਖਿਆ ਦੇ ਨਾਲ ਮੰਡੀ ਤੋਂ ਕੰਗਨਾ ਰਣਾਵਤ ਜਿਹੜੀ ਹੈ 11 ਵਜੇ ਦੇ ਆਸ-ਪਾਸ ਚੰਡੀਗੜ੍ਹ ਪੁੱਜੀ। 에ਅਰਪੋਰਟ ਤੇ ਸਿੱਧਾ ਹੀ ਉਹ 에ਅਰਪੋਰਟ ਦੇ ਅੰਦਰ ਦਾਖਲ ਹੋ ਗਈ, ਜਿਸ ਤੋਂ ਬਾਅਦ ਜਿਹੜੀ ਪੇਪਰ ਵਰਕ ਦੀ ਫਾਰਮੈਲਿਟੀ ਹੈ ਉਸ ਨੂੰ ਕੰਪਲੀਟ ਕਰਨ ਤੋਂ ਬਾਅਦ ਹੁਣ ਉਸ ਦੀ ਜਿਹੜੀ ਫਲਾਈਟ ਹੈ ਉਹ ਉਡਾਨ ਭਰਨ ਲਈ ਤਿਆਰ ਹੈ। 12:20 ਤੇ ਇਸੀ 에ਅਰਪੋਰਟ ਤੋਂ ਆਹ ਫਲਾਈਟ ਜਿਹੜੀ ਆ ਉਡਾਨ ਭਰਦੀ ਹੋਈ ਨਜ਼ਰ ਆਏਗੀ, ਜਿਸ ਤੋਂ ਬਾਅਦ ਕੰਗਨਾ ਰਣਾਵਤ ਜਿਹੜੀ ਹੈ ਮੁੰਬਈ 에ਅਰਪੋਰਟ ਪਹੁੰਚੇਗੀ। ਵੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ, ਮੁੰਬਈ 에ਅਰਪੋਰਟ ਤੇ ਕਿਸ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ, ਕਿਉਂਕਿ ਸ਼ਿਵ ਸੈਨਾ ਦੀ ਗੱਲ ਕਰੀਏ ਵੱਡੇ ਪੱਧਰ ਤੇ ਕੰਗਨਾ ਰਣਾਵਤ ਦਾ ਵਿਰੋਧ ਕਰਦੀ ਸ਼ਿਵ ਸੈਨਾ ਨਜ਼ਰ ਆ ਰਹੀ ਹੈ। ਕਹਿ ਰਹੀ ਹੈ ਕਿ ਕੰਗਨਾ ਰਣਾਵਤ ਨੂੰ ਮੁੰਬਈ ਦੇ ਵਿੱਚ ਐਂਟਰੀ ਨਹੀਂ ਕਰਨ ਦਿੱਤਾ ਜਾਏਗਾ। ਦੂਜੇ ਪਾਸੇ ਕਰਨੀ ਸੈਨਾ ਦੀ ਗੱਲ ਕਰੀਏ, ਕਹਿ ਰਹੇ ਨੇ ਕਿ ਉਹ ਕੰਗਨਾ ਰਣਾਵਤ ਨੂੰ ਸਿਕਿਉਰਿਟੀ ਦੇਣਗੇ। ਕੰਗਨਾ ਰਣਾਵਤ ਨੂੰ 에ਅਰਪੋਰਟ ਤੋਂ ਲੈ ਕੇ ਸਿੱਧੇ ਤੌਰ ਤੇ ਉਹਨਾਂ ਦੇ ਫਲੈਟ ਤੇ ਲੈ ਕੇ ਜਾਣਗੇ ਔਰ ਜੋ ਵੀ ਰਸਤੇ ਦੇ ਵਿੱਚ ਆਏਗਾ ਉਸ ਨੂੰ ਮਾਕੂਲ ਜਵਾਬ ਦਿੱਤਾ ਜਾਏਗਾ। ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਲੇਕਿਨ ਲਗਾਤਾਰ ਕਰਨਾ ਆਪਣੇ ਜਿਹੜੇ ਤੁਹਾਨੂੰ ਰੋਕਣਾ ਚਾਹੂੰਗਾ, ਸਾਡੇ ਨਾਲ ਮੁੰਬਈ ਤੋਂ ਉਸ ਦੇ ਮਾਧਿਅਮ ਨਾਲ ਕਹਿੰਦੀ ਨਜ਼ਰ ਆ ਰਹੀ ਹੈ। प्रकाश भी ਸਾਡੇ ਨਾਲ लाइव जुड़े हुए हैं। सत्या प्रकाश, अभी कुछ ही देर में जो कंगना रनौत है यहाँ से चंडीगढ़ से मुंबई के लिए जो फ्लाइट के जरिए रवाना होगी, आखिर जो कंगना रनौत को एक पहले नोटिस भी दिया गया था और उसके बाद अभी उसके दफ्तर के बाहर तोड़ फोड़ है जो वो शुरू कर दी गई है। आखिर कंगना का इस पे अभी जब पहुंचेगी तो आखिर उनको पहले ही ये बात बता दी गई थी, लेकिन उसने ये साफ तौर पर बोल दिया था कि कंगना रनौत किसी से भी डरने वाली नहीं है, वो हर एक किसी का जो साफ तौर पर सामना करेगी और किसी बात को भी लेकर वो खुलासे कर सकती है, चाहे वो सुशांत केस को हो चाहे कोई भी मुद्दे को हो, उसने आवाज अपनी बुलंद करके रखनी है। जी, दाएं जोड़ पर जिस तरह से कंगना रनौत के साथ अब जास्ती की जा रही है, महाराष्ट्र सरकार लगातार कंगना के पीछे पड़ी हुई है, चाहे वो उनको आने की बात कही जाए या फिर उनको गाली देने की बात कही जाए या अपशब्द करने की बात क्या या फिर उनके दफ्तर को तोड़ने के, तो तमाम तरीके जो है महाराष्ट्र सरकार अलग अलग हथकंडे अपनाकर कंगना रनौत को कहीं न कहीं तोड़ने की कोशिश कर रही है। लेकिन कंगना रनौत लगातार अपने बयानबाजी में करती हुई नजर आ रही है। वो झांसी की रानी। लेकिन सत्या प्रकाश, जब सुशांत सिंह का केस सामने आया उसके बाद तमाम कई दिग्गज अदाकार सामने आए, लेकिन उसके पहले किसी ने नहीं अपनी आवाज़ बुलंद की। लेकिन जो सबसे बड़ी बात है, कंगना रनौत ने शुरुआत से ही अपनी आवाज़ बुलंद करके रखी, शुरुआत से ही जो खुलासे थे वो करने लगी। हालांकि अभी जो शिवसेना की ओर से ये बात कही गई है कि मुंबई में उसकी एंट्री बैन है, नहीं की जा सकेगी उसकी एंट्री, लेकिन अभी साफ तौर पर उसने ये रवाना होते हुए यहाँ से चंडीगढ़ से ये बात, जब चंडीगढ़ में वो पहुँचे हैं, उन्होंने ये बात साफ तौर पर कह दी है कि जिसने जो उखाड़ना उखाड़ दे, जिसने जो करना वो कर ले, लेकिन कंगना रनौत अभी किसी से भी डरने वाली नहीं है।
जाहिर सी बात है, कंगना रनौत ने जिस तरह से बयानबाजी किया है, उनके पीछे सिर्फ कंगना रनौत नहीं है, बल्कि उनके प्रति जो लोग उनसे प्रेम करते हैं, जो लोग उनके साथी हैं, जो लोग उनको बचाना चाहते हैं, जो लोग कंगना रनौत को चाहने वाले हैं, तो जाहिर तौर पर आज जो है तमाम लोग कंगना रनौत के साथ खड़े हैं। वहीं राजनीति की बात की जाए तो जिस तरह से केंद्र सरकार ने कंगना रनौत को जो वायु श्रेणी की सुरक्षा मुहैया करवाई है, कहीं न कहीं केंद्र सरकार का पूरी तरह से सपोर्ट है कंगना रनौत का। सत्यप्रकाश, क्या कह सकते हैं कि कंगना रनौत ने ये बात साफ कर दी है कि वो महाराष्ट्र की, वो बिल्कुल महाराष्ट्र के साथ है, लेकिन उसके बाद भी शिवसेना ने जो तमाम कई सवाल खड़े किए हैं कंगना रनौत के ऊपर, उसके बाद को लेकर हम किस जरिए से देखें कि कंगना रनौत एक तरफ तो उसने साफ तौर पर ये बात साफ कर दी कि वो महाराष्ट्र के साथ है और दूसरी तरफ शिवसेना उसके ऊपर ही भारी पड़ता हुआ नजर आ रहा है। ये गलत है, ये गलत है, ये गलत है, बोलिए मैम, बोलिए, ये गलत है। सर आप पूरे मुंबई को आगे खड़ा होना पड़ेगा, पूरे मुंबई को खड़ा होना पड़ेगा, नहीं होगा, नहीं होगा, पूरे मुंबई को एक साथ आना पड़ेगा, पूरे मुंबई को, पूरे मुंबई को पूरा मुंबई मतलब नहीं, ये एक सच बोलने का ये अंजाम। ये बताइए मैं उनका एक ऐसा सामने आते हैं, मैं एक उनका ये गलत है, सच बोला ना, मुंह तोड़ बोला ना, इसलिए गलत है, ये पूरा गलत है। हम लोग तिलक नगर चंबूर में रहते हैं, हाँ चंबूर से भाग के आया। मुंबई पुलिस सही कर रही जो कर रही है, नहीं, ये जो भी कर रहा है सरकार गलत है, सब गलत है, पुलिस लोग तो पहला गलत है। मेरे को मत सिखा तू, मेरे को मत सिखा, मैं इसके लिए आया, मेरे को मालूम है उनका ऐसा बीच में आते हैं, देखा कि नहीं? नहीं कर पाया काम। ਤਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਸੀ ਕਿ ਮੁੰਬਈ 'ਚ ਕੰਗਨਾ ਰਣੌਤ ਦੇ ਦਫ਼ਤਰ ਦੇ ਬਾਹਰ ਦੀਆਂ, ਜਿੱਥੇ ਕਿ ਇੱਕ ਮਹਿਲਾ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਦਫ਼ਤਰ ਦੀ ਤੋੜ-ਫੋੜ ਕੀਤੀ ਜਾ ਰਹੀ ਹੈ BMC ਦੁਆਰਾ। ਸਾਡੇ ਨਾਲ ਲਾਈਵ ਜੁੜੇ ਹੋਏ ਨੇ ਸਤਿਆਪ੍ਰਕਾਸ਼ ਲਾਈਵ ਤਸਵੀਰਾਂ ਦਿਖਾ ਰਹੇ ਸੀ, ਜਿੱਥੇ ਦਫ਼ਤਰ ਦੇ ਬਾਹਰ ਤੋੜ-ਫੋੜ ਦਾ ਇੱਕ ਮਹਿਲਾ ਦੁਆਰਾ ਵਿਰੋਧ ਵੀ ਕੀਤਾ ਜਾ ਰਿਹਾ। ਉਹਨਾਂ ਨੇ ਸਾਫ਼ ਤੌਰ ਤੇ ਮੁੰਬਈ ਪੁਲਿਸ ਦੇ ਉੱਪਰ ਵੀ ਕਈ ਸਵਾਲ ਖੜੇ ਕੀਤੇ ਨੇ ਤੇ BMC ਉੱਪਰ भी कई सवाल खड़े ਕੀਤੇ ਨੇ। जाहिर तौर पर जिस तरह से कंगना रनौत के दफ्तर की तोड़फोड़ की जा रही है, सबसे पहले आपको बता दें कि कंगना रनौत के ऑफिस दफ्तर के बाहर जो है CRPF की टुकड़ी जो है तैनात कर दी गई है। उसके बाद जो है मुंबई पुलिस को भी तैनात किया गया है, लेकिन जिस तरह से लगातार थोड़ा कार्रवाई की जा रही है वो कहीं न कहीं निंदनीय है, क्योंकि महाराष्ट्र सरकार का इस तरह से बदले की भावना रखकर किसी जो है एक शख्स के लिए इस तरह से कदम उठाना कहीं तो साफ तौर पर यह बात जाहिर होती है सत्यप्रकाश की जो लोग हैं वो कंगना रनौत के साथ हैं। इस बात से ये बात बिल्कुल जाहिर होती है, बिल्कुल साबित होती है ये बात। जाहिर तौर पर जिस तरह से आप देख पा रहे हैं कि एक महिला जो है लगातार मुंबई पुलिस और BMC के तमाम उन अधिकारियों से लड़ती हुई नजर आ रही है। तो जाहिर से कंगना रनौत के पक्ष में भी तमाम महिलाएं, हालांकि एक कंगना रनौत खुद एक महिला है और बाकी महिलाएं जो उनके साथ है, जिस तरह से लगातार लोगों को उनके दर्शकों का जो है तमाम तरह की ट्वीट आ रहा है, जानकारियां आ रही है, उनकी प्रशंसा आ रही है, कहीं कहीं इस नाली सत्यप्रकाश आपको रोकना चाहूंगा। हमारे संवाददाता विनीत कपूर भी चंडीगढ़ से हमारे साथ लाइव जुड़े हुए हैं। विनीत, आप कुछ कहना चाह रहे हो? बिल्कुल गुरमीत, देखो सीधे तौर पर एक वड्डी खबर आ रही है बॉम्बे तो कि BMC के फैसले के खिलाफ कंगना रनावत जिहड़ी है ਉਹ ਬੰਬੇ ਹਾਈ ਕੋਰਟ ਪਹੁੰਚੀ ਹੈ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੇ ਵਕੀਲ ਰਿਜਵਾਨ ਸਿੱਦੀਕੀ ਦੇ ਮਾਧਿਅਮ ਨਾਲ ਇੱਕ ਪਟੀਸ਼ਨ ਜਿਹੜੀ ਹੈ ਕੋਰਟ ਦੇ ਵਿੱਚ ਫਾਈਲ ਕੀਤੀ ਹੈ, ਜਿਹਦੇ ਵਿੱਚ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ BMC ਜਿਹੜੀ ਹੈ ਗਲਤ ਕਾਰਵਾਈ ਕਰ ਰਹੀ ਹੈ। ਉਹਨਾਂ ਨੇ ਕੋਈ ਵੀ ਅਵੈਧ ਨਿਰਮਾਣ ਜਿਹੜਾ ਆਪਣੇ ਬੰਗਲੇ ਦੇ ਵਿੱਚ ਨਹੀਂ ਕੀਤਾ, ਆਪਣੇ ਦਫ਼ਤਰ ਦੇ ਵਿੱਚ ਨਹੀਂ ਕੀਤਾ। ਕੁਝ ਹੀ ਦੇਰ ਦੇ ਵਿੱਚ ਜਿਹੜੀ ਬੰਬੇ ਹਾਈ ਕੋਰਟ ਹੈ ਉਸ ਦੇ ਵਿੱਚ ਇਸ ਮਾਮਲੇ ਦੇ ਉੱਪਰ ਸੁਣਵਾਈ ਹੋਣ ਦੀ ਨਜ਼ਰ ਆਏਗੀ। ਵੇਖਣ ਵਾਲੀ ਗੱਲ ਰਹੇਗੀ ਕਿ ਹਾਈ ਕੋਰਟ ਜਿਹੜੀ ਹੈ ਉਹ BMC ਦੇ ਆਰਡਰਾਂ ਤੇ ਸਟੇ ਕਰਦੀ ਹੈ
क्या हाई कोर्ट ਜਿਹੜੀ ਹੈ ਕੰਗਣਾ ਨੂੰ ਰਾਹਤ ਦੇ ਪਾਉਂਦੀ ਹੈ? ਕੁਝ ਹੀ ਦੇਰ ਦੇ ਵਿੱਚ ਇਸ ਮਾਮਲੇ ਦੇ ਉੱਪਰ ਸੁਣਵਾਈ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਜੀ ਤੇ ਇਸ ਦੇ ਨਾਲ ਹੀ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਕੰਗਨਾ ਰਣੌਤ ਰਵਾਨਾ ਹੋ ਚੁੱਕੀ ਹੈ ਇੱਥੋਂ ਦੀ ਚੰਡੀਗੜ੍ਹ ਤੋਂ ਹੁਣ? ਨਹੀਂ ਦੇਖੋ ਹਜੇ ਗੁਰਪ੍ਰੀਤ ਜੇਕਰ ਆਪਾਂ ਗੱਲ ਕਰੀਏ ਇਸ ਵਕਤ ਮੈਂ ਉਸੇ 에ਅਰਪੋਰਟ ਤੇ ਮੌਜੂਦ ਹਾਂ। ਕੁਝ ਹੀ ਦੇਰ ਦੇ ਵਿੱਚ ਉਹ ਫਲਾਈਟ ਜਿਹੜੀ ਹੈ ਇੱਥੋਂ ਟੇਕ ਆਫ ਕਰੇਗੀ। ਹਾਰਡਲੀ 2 ਤੋਂ 3 ਮਿੰਟ ਦਾ ਸਮਾਂ ਰਹਿ ਗਿਆ ਜਦੋਂ ਆ ਫਲਾਈਟ ਜਿਹੜੀ ਹੈ ਇੱਥੋਂ ਟੇਕ ਆਫ ਕਰਦੀ ਹੋਈ ਨਜ਼ਰ ਆਏਗੀ। 12:20 ਦਾ ਸਮਾਂ ਦਿੱਤਾ ਗਿਆ ਸੀ ਕਿ 12:20 ਤੇ ਆ ਫਲਾਈਟ ਜਿਹੜੀ ਹੈ ਇੱਥੋਂ ਟੇਕ ਆਫ ਕਰੇਗੀ, ਲੇਕਿਨ ਹਜੇ ਤੱਕ ਆ ਫਲਾਈਟ ਜਿਹੜੀ ਹੈ ਇੱਥੇ ਟੇਕ ਆਫ ਕਰਦੀ ਹੋਈ ਨਜ਼ਰ ਨਹੀਂ ਆਈ। ਕੁਝ ਹੀ ਦੇਰ ਦਾ ਹੋਰ ਇੰਤਜ਼ਾਰ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਆ ਫਲਾਈਟ ਇੱਥੋਂ ਟੇਕ ਆਫ ਕਰੇਗੀ ਔਰ ਕੰਗਣਾ ਰਣਾਵਤ ਜਿਹੜੀ ਹੈ ਉਹ ਮੁੰਬਈ ਪਹੁੰਚਦੀ ਨਜ਼ਰ ਆएगी। ਉੱਥੇ ਜਾ ਕੇ ਉਹਦਾ ਕੀ ਰਿਐक्शन होएगा आ ਹੁਣ ਵੇਖਣ ਵਾਲੀ ਗੱਲ ਰਹਿਣ वाली है। गुरप्रीत जी विनीत, हमारे साथ सत्य प्रकाश सोनी भी जुड़े हुए हैं, उनसे बात करते हैं। सत्य प्रकाश, जो ताज़ा जानकारी हमें मिल रही है एनबी न्यूज़ के माध्यम से वो ये है कि जो कंगना रनौत है उसने अभी बॉम्बे हाई कोर्ट का रुख किया है। अभी उसमें उसने पटिशन डाली है कि जो उसका कब्जा है दफ्तर का वो नाजायज़ तौर पर नहीं है, वो बिल्कुल जायज़ है, लेकिन उसके बाद भी बीएमसी द्वारा धक्का किया जा रहा है। जी, जाहिर तौर पर कंगना रनौत ने सबसे पहले ये कहा था कि हमने स्ट्रक्चर बनाने से पहले मुंबई महानगर पालिका से इसकी बाकायदे परमिशन ली थी, उनके पास दस्तावेज है। उसके बाद भी जो बिना नोटिस के कंगना रनौत का दफ्तर जो है तोड़ा जा रहा था। जाहिर तौर पर यह कहीं न कहीं गलत माना जाएगा। यही वजह है कि कंगना रनौत और उनके वकील जो है हाई कोर्ट का रुख करेंगे, जिससे साफ जाहिर हो पाएगा कि आखिर इसमें किसकी गलती है। जी सत्य प्रकाश, बिल्कुल आखिर जो धक्का हो रहा है, आखिर महिला भी साथ देती हुई नजर आई कंगना की। अभी उन्होंने बॉम्बे कोर्ट का भी रुख किया। आखिर देखने वाली बात रहेगी कि आखिरकार इसमें क्या निकल के सामने आता है। लेकिन अभी की जो ताज़ा जानकारी आपको बता दें कि बॉम्बे हाई कोर्ट का कंगना रनौत ने रुख किया है। उसमें वो जो पटिशन है वो डाली है कि जो उसका नाजायज़ कब्जा है वो बिल्कुल भी नाजायज़ नहीं है, उसके दफ्तर के बाहर का वो जायज़ तौर पर है। लेकिन यहाँ पे बीएमसी के ऊपर भी एक बड़े सवाल खड़े होते हैं क्योंकि जो तोड़फोड़ की जा रही है उनके दफ्तर के बाहर, उसका वहाँ पे जो स्थानिक लोग हैं उनका भी विरोध, उनके द्वारा भी विरोध किया जा रहा है। एक महिला की आपको तस्वीर इसके पहले हमने दिखाई, वो साफ तौर पर उसका गुस्सा झलकता हुआ नजर आया। उसने साफ तौर पर ये बात की कि मुंबई के पुलिस के ऊपर भी उसने कई सवाल खड़े किए और बीएमसी के ऊपर भी कई सवाल खड़े किए। आखिर अभी सत्यप्रकाश देखने वाली बात होगी कि जब कंगना रनौत यहाँ पे बॉम्बे पहुंचती है तो उसका क्या रिएक्शन होगा। जाहिर तौर पर जिस तरह से बताया जा रहा है कंगना और महाराष्ट्र सरकार द्वारा इतना घृणित काम किया जा रहा है, जाहिर तौर पर कंगना रनौत जब मुंबई पहुंचेंगी तो जो उनके जो चाहने वाले हैं जाहिर तौर पर उनके साथ रहेंगे। और वही शिवसेना के जो कथाकथित लोग जो है उनका विरोध करना चाहते हैं उनके लिए पहले भी सुरक्षा बढ़ा दी गई है। हालांकि उनको वायु सेना की सुरक्षा है, ऐसे में कुछ कर तो नहीं पाएंगे, लेकिन जिस तरह से महाराष्ट्र सरकार जो है बदले की भावना से उनके दफ्तर की तोड़फोड़ कर रही है वो कहीं न कहीं निंदनीय है। शिवसेना के बारे में जानना चाहेंगे कि शिवसेना की ओर से वहां पे क्या किया गया, मतलब कि क्या वहां पे उनके लिए विरोध के लिए उनके लिए कोई कुछ किया गया वहां पे मुंबई में? देखिए, शिवसेना के तरफ से ये लगातार कहा जा रहा है कि वो कंगना का विरोध करेंगे, लेकिन कंगना का विरोध किस तरह से करेंगे ये अभी तक सामने नहीं आ रहा है। लेकिन ऐसा माना जा रहा है कि शिवसेना के तमाम कार्यकर्ता जो है कंगना रनौत को काले झंडे दिखा सकते हैं या उनका रास्ता रोक सकते हैं। हालांकि मुंबई पुलिस तरह से तैनात है इस पूरे जो है मसले को खत्म करने के लिए, लेकिन जिस तरह से कंगना रनौत के बीच जो है करनी सेना भी सामने आके खड़ी है। करनी सेना ने भी दावा किया है कि कंगना रनौत को जो है मुंबई एयरपोर्ट से लेकर उनके घर तक सुरक्षित पहुंचाने की जिम्मेदारी उन्होंने लिया है। तो देखना ये होगा कि किस तरह से जो है शिवसेना और करनी सेना के बीच जो है ये तमाम भिड़ंत देखने को मिलती है। जी सत्य प्रकाश, आपका बहुत बहुत धन्यवाद तमाम जानकारी साझा करने के लिए और अपडेट के लिए आप बने रहिए हमारे साथ। ਤਾਂ ਇਸ ਦੇ ਨਾਲ ਹੀ ਵਨੀਤ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਨੂੰ ਜਾਣਕਾਰੀ ਦੇਣ ਦੇ ਲਈ। ਤਾਂ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਨੌਤ ਦੇ ਦਫ਼ਤਰ ਦੇ ਬਾਹਰ BMC ਦੁਆਰਾ ਹੁਣ ਤੋੜ-ਫੋੜ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੰਬੇ ਕੋਰਟ ਦਾ ਵੀ ਰੁਖ ਕੀਤਾ ਜੋ ਕੰਗਨਾ ਰਨੌਤ ਨੇ, ਉਸ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆ ਸਕਦੀ ਕਿ ਹੁਣ ਕੀ ਫੈਸਲਾ ਆਉਂਦਾ ਕੋਰਟ ਦਾ। ਇਹ ਵੱਡੀ ਗੱਲ ਦੇਖਣ ਵਾਲੀ ਹੋਏਗੀ। ਸੋ ਕੰਗਨਾ ਰਨੌਤ ਦੇ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ TV ਸਕਰੀਨ ਦੇ ਉੱਪਰ ਦੇਖ ਰਹੇ ਹੋ ਐਕਸਕਲੂਸਿਵ। ਸੋ ਲਾਈਵ ਤਸਵੀਰਾਂ ਤੁਸੀਂ TV ਸਕਰੀਨ ਦੇ ਉੱਪਰ ਦੇਖ ਰਹੇ ਹੋ ਕੰਗਨਾ ਰਨੌਤ ਦੇ ਦਫ਼ਤਰ ਦੇ ਬਾਹਰ ਦੀਆਂ, ਜਿੱਥੋਂ ਦੇ ਨਜਾਇਜ਼ ਕਬਜ਼ਾ ਹਟਾਉਣ ਦੀ ਗੱਲ ਕੀਤੀ ਗਈ BMC ਦੁਆਰਾ। ਪਰ ਉਸ ਤੋਂ ਬਾਅਦ ਕੰਗਨਾ ਰਨੌਤ ਦੀ ਜੋ ਤਾਜ਼ਾ ਜਾਣਕਾਰੀ NB ਨਿਊਜ਼ ਕੋਲ ਪਹੁੰਚੀ ਹੈ ਉਹ ਇਹ ਹੈ ਕਿ ਕੰਗਨਾ ਰਨੌਤ ਨੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਤੇ ਸਾਫ਼ ਤੌਰ ਤੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜੋ ਉਹਨਾਂ ਦਾ ਕਬਜ਼ਾ ਹੈ ਦਫ਼ਤਰ ਦੇ ਬਾਹਰ ਉਹ ਨਜਾਇਜ਼ ਨਹੀਂ ਹੈ, ਉਹ ਬਿਲਕੁਲ ਤਰ੍ਹਾਂ ਨਾਲ ਜਾਇਜ਼ ਹੈ। ਪਰ ਉਸ ਤੋਂ ਬਾਅਦ BMC ਦਾ ਵਿਰੋਧ ਕੀਤਾ ਜਾ ਰਿਹਾ ਸਥਾਨਕ ਲੋਕਾਂ ਦੁਆਰਾ। ਇੱਕ ਮਹਿਲਾ ਦੀ ਤੁਹਾਨੂੰ ਤਸਵੀਰ ਦਿਖਾਈ, ਇਸ ਤੋਂ ਪਹਿਲਾਂ ਸੀ ਮਹਿਲਾ ਦੁਆਰਾ ਵੀ ਵਿਰੋਧ ਕੀਤਾ ਜਾ ਰਿਹਾ ਸੀ BMC ਦਾ ਵੀ ਔਰ ਮੁੰਬਈ ਪੁਲਿਸ ਦਾ ਵੀ।
ਸੋ ਇਸ ਵਕਤ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕੰਗਨਾ ਰਣੌਤ ਦੇ ਦਫ਼ਤਰ ਦੇ ਬਾਹਰ ਦੀਆਂ ANB ਨਿਊਜ਼ ਦੇ ਮਾਧਿਅਮ ਰਾਹੀਂ। ਸੋ ਜਿੱਥੇ ਭਾਰੀ ਬਲ 'ਚ ਜੋ ਪੁਲਿਸ ਕਰਮਚਾਰੀ ਨੇ ਉਹ ਤੈਨਾਤ ਨੇ, BMC ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਤੋੜ-ਫੋੜ ਕੀਤੀ ਜਾ ਰਹੀ ਹੈ, ਬੁਲਡੋਜ਼ਰ ਖੜਾ ਹੈ ਬਾਹਰ, ਤਾਂ तमाम BMC ਦੁਆਰਾ ਫੁੱਲ ਤਿਆਰੀ ਕੀਤੀ ਜਾ ਰਹੀ ਹੈ ਜੋ ਦਫ਼ਤਰ ਹੈ ਉਸ ਨੂੰ ਤੋੜਨ ਦੀ। ਹਾਲਾਂਕਿ ਕੰਗਨਾ ਰਣੌਤ ਨੇ ਗੱਲ ਸਾਫ਼ ਕਰ ਦਿੱਤੀ ਹੈ ਹੁਣ ਕਿ ਉਹ ਬੰਬੇ ਕੋਰਟ ਦਾ ਰੁਖ ਕੀਤਾ ਉਹਨਾਂ ਨੇ, ਤਾਂ ਉਸ ਤੋਂ ਬਾਅਦ ਜੋ ਫੈਸਲਾ ਆਏਗਾ, ਹਾਲਾਂਕਿ ਉਹ ਕੁਝ ਨਹੀਂ ਪਤਾ ਕਿ ਕਿਸ ਦੇ ਪੱਖ 'ਚ ਆਏਗਾ, ਪਰ ਕੰਗਨਾ ਰਣੌਤ ਨੇ ਜੋ ਗੱਲ ਕੀਤੀ ਸੀ ਕਿ ਉਹ ਕਿਸ ਤੋਂ ਡਰਨੇ ਵਾਲੀ ਨਹੀਂ ਸੀ, ਉਸਨੇ ਇੱਕ ਗੱਲ ਤੋਂ ਸਾਫ਼ ਕਰ ਦਿੱਤਾ ਕਿ ਉਹ ਹੁਣ ਕਿਸੇ ਤੋਂ ਵੀ ਡਰਨੇ ਵਾਲੀ ਨਹੀਂ ਹੈ। ਤੇ ਉਸਨੇ ਤਾਜ਼ਾ ਜਾਣਕਾਰੀ ਅਨੁਸਾਰ ਜੋ ANB ਨਿਊਜ਼ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਰਿਹਾ ਸੀ ਕਿ ਬੰਬੇ ਕੋਰਟ ਦਾ ਰੁਖ ਕੀਤਾ ਕੰਗਨਾ ਰਣੌਤ ਨੇ, ਜਿਸ ਤਰ੍ਹਾਂ ਨਾਲ ਸਾਡੇ ਸਹਿਯੋਗੀ ਵਿਨੀਤ ਕਪੂਰ ਨੇ ਸਾਨੂੰ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਸਤਿਆ ਪ੍ਰਕਾਸ਼ ਸੋਨੀ ਵੀ ਸਾਡੇ ਉੱਥੇ ਔਨ ਸਪੋਟ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਨੇ। ਹਰੇਕ ਪਲ ਦੀ ਖਬਰ ANB ਨਿਊਜ਼ ਤੁਹਾਨੂੰ ਦੇ ਰਿਹਾ। ਸੋ ਐਕਸਕਲੂਸਿਵ ਤਸਵੀਰਾਂ ਤੁਸੀਂ ਇਸ ਵਕਤ ਦੀ ਸਕਰੀਨ ਦੇ ਉੱਪਰ ANB ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਕੰਗਨਾ ਰਣੌਤ ਦੇ ਦਫ਼ਤਰ ਦੇ ਬਾਹਰ ਦੀਆਂ, ਜਿੱਥੇ ਜੋ BMC ਹੈ ਉਹ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਪੁਲਿਸ ਜੋ ਕਰਮਚਾਰੀ ਨੇ